बिस्मिल्लाहिर्रहमानिर्रहीम। अस्सलाम वालेकुम नाज़रीन, कैसे हैं आप सब? उम्मीद है कि जी आप सब खैरियत से होंगे। जी तो नाज़रीन, आज एक घर के बाहर मैं मौजूद हूँ। नाज़रीन, यहाँ पे एक माज़ूर अंकल रहते हैं और नाज़रीन बम ब्लास्ट होता है जिसमें उनकी दोनों टांगें ज़ाया हो जाती हैं। ये सारा वाक़या कैसे हुआ, अंदर चलते हैं और उनसे बात करते हैं। वीडियो के साथ रहिएगा, वीडियो को फुल वॉच कीजिएगा। आइए, ये सबसे पहले आप देखें नाज़रीन, दरवाज़ा लकड़ी का है, ठीक है, खस्ता हालत में टूटा हुआ है और ये अंकल भी इधर बैठे हैं। अस्सलाम वालेकुम। वालेकुम सलाम जी। क्या हाल है अंकल जी? ठीक ठाक हो? बस जी ठीक है बस। तबीयत से ठीक है? हाँ जी बस ठीक है। किस तरह हो गया अंकल जी? ਇਹ ਧਮਾਕੇ ਨਾਲ ਬੰਦ ਕੰਮ ਹੋਇਆ ਜੀ। किस नाल होया? ਇਹ ਧਮਾਕੇ ਨਾਲ ਬੰਬ ਚੱਲਿਆ ਸੀ। बंब चलिया ਬੰਬ सी? ਚੱਲਿਆ ਸੀ ਕਿੱਥੇ? 97 ਚ। अच्छा 1997 ਹਾਂ ਬੇਨਜ਼ੀਰ ਜਦੋਂ ਆਈ ਸਟੇਸ਼ਨ ਤੇ ਬੰਬ ਚੱਲਿਆ ਸੀ। अच्छा स्टेशन दे उत्ते ਸਟੇਸ਼ਨ ਤੇ ਬੰਬ बेनज़ीर ਜਦੋਂ ਆਈ ਸੀ। ਜਦੋਂ ਬੇਨਜ਼ੀਰ ਆਈ ਸੀ। ਤੁਸੀਂ ਕਿਸ ਤਰ੍ਹਾਂ ਗਏ ਹੋ? ਮੈਂ ਉੱਥੇ ਸਫ਼ਰ ਕਰਦਾ ਸੀ। ਸਫ਼ਰ ਕਰ ਸਫ਼ਰ ਰਹੇ ਕਰ ਸੀ, ਰਿਹਾ। ਮੁਸਾਫਿਰ ਸੀ। ਹਾਂ ਜੀ ਮੁਸਾਫਰ ਸੀ ਤੇ ਉਹਦੇ ਨਾਲ ਫਿਰ 25 26 30 ਸਾਲ ਹੋ ਗਏ ਨੇ ਇਹ ਵਕਤ ਗੁਜ਼ਾਰ ਰਿਹਾ ਅੱਲਾ ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰੀ ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰੀ ਮਾਲਕ ਦਾ ਹੂੰ। ਸ਼ੁਕਰ ਅਲਹਮਦੁਲਿਲਾ। ਮੇਰੀ ਰਾਜ ਗੱਗੋ ਦੀ ਸੀ, ਮੇਰੀ ਮਾਈ ਉਦੋਂ ਵਡੇਰੀ ਸੀ। ਜਦੋਂ ਉਹਨੇ ਬਾਤ ਸੁਣੀ ਉਹ ਥੋੜੀ ਜਿਹੀ ਜ਼ਿਹਨ ਤੋਂ ਥੋੜੀ ਜਿਹੀ ਮੈਂਟਲ ਹੋ ਗਈ ਹੂੰ। ਤੇ ਉਹਦਾ ਬੱਚਾ ਇੱਕੋ ਹੀ ਸੀ। ਤੇ ਜਦੋਂ ਕੋਸ਼ਿਸ਼ ਕੀਤੀ ਉਦੋਂ 3 ਵਾਰੀ ਮੈਂ ਗਵਰਨਰ ਹਾਊਸ ਆਇਆ ਗੱਗੋ ਤੋਂ। ਉਹ ਮੇਰਾ ਖਰਚਾ ਉਹ ਮੈਨੂੰ 5000 ਰੁਪਏ ਮਿਲਿਆ। 5000 5000 ਰੁਪਏ ਇਲਾਜ ਕਿਸ ਤਰ੍ਹਾਂ ਹੋਇਆ ਤੁਹਾਡਾ? ਇਲਾਜ ਮੇਰਾ ਅੱਲਾ ਨੇ ਕੀਤਾ। ਮੇਰੀ ਮੇਓ ਹਸਪਤਾਲ ਦੇ ਵਿੱਚ ਮੇਰਾ ਇਲਾਜ ਹੋਇਆ। ਮਿਓ ਹਸਪਤਾਲ? ਮੇਓ ਹਸਪਤਾਲ ਦੇ ਤੁਸੀਂ ਆਪ ਕਰਾਇਆ ਜਾਂ ਨਹੀਂ ਗਵਰਨਮੈਂਟ? ਜੀ ਗਵਰਨਮੈਂਟ ਦੇ ਤਰਫੀ ਹੋਇਆ। ਕੋਈ ਜਿਹੜੀ ਕੋਈ ਅੱਛੀ ਦਵਾਈ ਹੁੰਦੀ ਸੀ ਉਹ ਫਿਰ ਮੇਰੇ ਮਾਮੂ ਹੁੰਦਾ ਸੀ, ਉਹ ਮੰਗ ਪੈਣ ਤੇ ਹੀ ਬਸ ਮੇਰੇ ਤੇ ਉਹ ਪੈਸੇ ਲਾਉਂਦਾ ਰਿਹਾ। ਹਾਂਜੀ ਕੋਈ ਮੇਰੀ ਹਮਸ਼ੀਰਾ ਸੀ, ਕੋਈ ਉਹਨੇ ਆਦੀ ਜੇਬ ਚੋਂ ਡੰਗਰ ਵੇਚੇ। ਕਿੰਨੀ ਉਮਰ ਸੀ ਅੰਕਲ ਜੀ ਉਸ ਟਾਈਮ ਤੁਹਾਡੀ? ਮੇਰੀ ਉਦੋਂ ਉਮਰ 25-26 ਸਾਲ ਸੀ। 25-26 ਸ਼ਾਦੀ ਹੋਈ ਸੀ? ਸ਼ਾਦੀ ਇੱਕ ਆ ਬੇਟੀ ਜਿਹੜੀ ਹੁਣ ਆਈ ਸੀ, ਇੱਕ ਇਹ ਬੇਟੀ ਸੀ, ਇੱਕ ਉਸ ਹੋਰ ਛੋਟੀ ਬੇਟੀ, ਬਸ ਦੋ ਹੀ ਬੇਟੀਆਂ ਸੀ। ਫਿਰ ਔਰ ਐਸੇ ਹੀ ਮਤਲਬ ਮਜ਼ਦੂਰੀ ਦੇ ਹਿਸਾਬ ਨਾਲ ਹੀ ਫਿਰ ਜ਼ਿੰਦਗੀ ਅੱਲਾ ਦੇ ਸਾਰੇ ਨਾਲ ਗੁਜ਼ਾਰੀ। ਇੰਜੀ ਗੁਜ਼ਾਰੀ, ਅੱਲਾ ਦਾ ਆਸਰਾ ਲਿਆ, ਕਿਸੇ ਦਾ ਆਸਰਾ ਨਹੀਂ ਲਿਆ। ਲੱਤਾਂ ਨਹੀਂ ਕਿਸੇ ਨੇ ਲਵਾ ਕੇ ਦਿੱਤੀਆਂ ਅੰਕਲ ਜੀ ਉਦੋਂ? ਨਹੀਂ ਜੀ ਲੱਤਾਂ ਦੀ ਇੱਕ ਬੰਦਾ ਹੈਗਾ ਸੀ, ਮੈਨੂੰ ਕਹਿੰਦਾ ਸੀ ਚੱਲੀਏ, ਮੇਰਾ ਪਿੱਛੇ ਸਰਦਾ ਨਹੀਂ ਸੀ। ਅੱਛਾ ਵੀ 8-9 ਹਜ਼ਾਰ ਰੁਪਇਆ ਕੌਣ ਪਿੰਡੀ ਲਾਵੇ, ਗੱਗੋ ਤੋਂ ਜਾਵੇ ਇੱਕ ਵਾਰੀ ਆਵੇ ਫਿਰ ਇਹ ਜਾਵੇ। ਕਿਹੜਾ ਸ਼ਹਿਰ ਹੈਗਾ? ਪਿੰਡੀ ਨਹੀਂ ਜਿਹੜਾ ਤੁਸੀਂ ਨਾਂ ਲੈ ਰਹੇ ਜੀ, ਕੀ ਨਾਂ ਲੈ ਰਹੇ ਜੀ? ਗੋਗੋ? ਉਹ ਕਿਹੜਾ ਗੱਗੋ ਸ਼ਹਿਰ ਹੈ? ਜ਼ਿਲ੍ਹਾ ਬਿਹਾਰੀ ਦਾ ਹੈ। ਅੱਛਾ ਜ਼ਿਲ੍ਹਾ ਆਰਫ ਬਿਹਾੜੀ ਤੋਂ ਦਾ। ਅਗਲੇ ਬੰਨੇ। ਅੱਛਾ ਆਰਫ ਵਾਲਾ ਤੋਂ ਅਗਲੇ ਪਾਸੇ। ਆਰਫ ਵਾਲੇ ਤੋਂ ਅਗਲੇ। ਅੱਛਾ ਉਹ ਬੜੀ ਉੱਥੋਂ ਦੇ ਰਹਿਣ ਵਾਲੇ ਸੀ? ਉੱਥੋਂ ਦੇ ਰਹਿਣ ਵਾਲੇ। ਹੂੰ। ਲੇਕਿਨ ਐਵੇਂ ਵੀ ਉਹ ਬੜੀ ਮਸ਼ਹੂਰ ਮੰਡੀ ਹੈ। ਅੱਛਾ ਮਸ਼ਹੂਰ ਮੰਡੀ? ਮਾਲ ਮੰਡੀ ਲੱਗਦੀ ਹੈ ਗੱਗੋ ਸ਼ਹਿਰ ਦੀ। ਠੀਕ ਹੋ ਗਿਆ। ਉੱਥੇ ਮੇਰੇ ਕੋਲ ਜਗ੍ਹਾ ਸੀ ਮੇਰੀ ਵਾਲਦਾ ਦੀ, ਉਹ ਮੈਂ ਫਿਰ ਵੇਚਤੇ ਤੇ ਫਿਰ ਮੈਂ ਆਦੇ ਕੋਈ ਕਾਕੀ ਵਿਆਹੀ ਕੋ ਮੈਂ ਲੈਣ ਦੇਣ ਸੀ ਮੈਂ ਕੀਤਾ। ਅੱਲਾਹ ਪਾਕ ਦਾ ਬਸ ਲੱਖ ਸ਼ੁਕਰ ਹੈ ਮੇਰੀ ਆਦੀ ਹੈ ਇੱਥੇ ਜ਼ਿੰਦਗੀ ਇੰਜ ਹੀ ਗੁਜ਼ਾਰ ਦਿੱਤੀ? ਇੰਜੀ ਗੁਜ਼ਾਰ ਦਿੱਤੀ ਜ਼ਿੰਦਗੀ। ਆਸਰਾ ਘੁੰਮਣ ਦਾ 1-2 ਵਾਰੀ ਲਿਆ, ਉਹ ਮੇਰੀ ਸਮਝ 'ਚ ਗੱਲ ਨਾ ਆਈ। ਕੋਈ ਆ ਕੇ ਅੱਜ ਆਉਂਦਾ ਅਫਸਰ, ਕੋਈ ਕਹਿੰਦਾ ਤੇਰੀ ਦਰਖਾਸਤ ਖਤਮ ਹੋ ਗਈ, ਉਹ ਉਜਲਟ ਹੋ ਗਈ। ਫਿਰ ਸੋਚ ਰਿਹਾ ਵੀ ਯਾਰ ਜਿਹੜਾ ਇਧਰ ਖਰਚਾ ਕਰਨਾ ਉਹ ਬਾਲਾਂ ਨੂੰ ਖਵਾਵਾਂ, 100-200 ਰੁਪਏ ਦੀ ਗੱਲ ਹੁੰਦੀ, ਉਹ 100-200 ਰੁਪਏ ਬਾਲਾਂ ਨੂੰ ਖਵਾ ਦੇਣਾ ਕਰਨਾ। ਤੇ ਇਧਰ ਹਕੂਮਤ ਵਾਲਾ ਖਾਤਾ ਫਿਰ ਮੈਂ ਨਹੀਂ ਕੀਤਾ। ਉੱਥੇ ਸਟੇਸ਼ਨ ਦੇ ਉੱਤੇ ਬਲਾਸਟ ਹੋਇਆ, ਧਮਾਕਾ ਹੋਇਆ, ਕੀ ਸੂਰਤ ਹਾਲ ਸੀ? ਕੀ ਦੇਖਿਆ ਤੁਸੀਂ? ਕਿਸ ਤਰ੍ਹਾਂ ਹੋਇਆ? ਦੇਖਣਾ ਕੀ ਸੀ ਵੀ ਗੱਡੀ ਆਈ ਆ, ਹਾਂ ਅਸੀਂ 2 ਬੰਦੇ ਖਲੋਤੇ ਸਾਂ। ਠੀਕ ਹੈ। ਇੱਕ ਮਾਮੂ ਸੀ ਮੇਰਾ ਘਰਦਿਆਂ ਦਾ, ਉਹ ਵੀ ਜਵਾਨ ਸੀ ਮੇਰੇ ਤਰ੍ਹਾਂ। ਤੇ ਅਸੀਂ ਦੋਵੇਂ ਜਣੇ ਆ ਤੇ ਗੱਡੀ 'ਚ ਬੈਠੇ ਆ ਬਸ, ਤੇ ਬਾਰੀ ਖੋਲੀ ਵਿੱਚ ਬੈਠੇ ਆ ਤੇ ਧਮਾਕਾ ਹੋ ਗਿਆ। ਉਹਦੇ ਬਾਜ਼ੂ ਤੇ ਲਿਖਿਆ ਸੀ ਉਹ ਫੌਜੀ ਬੰਦਾ ਸੀ, ਤੇ ਮੇਰੀ ਜੇਬ 'ਚ ਸ਼ਨਾਖਤੀ ਕਾਰਡ ਸੀ। ਉਹ ਫਿਰ ਥਾਣੇ ਮੇਰਾ ਸ਼ਨਾਖਤੀ ਕਾਰਡ ਪੇ ਰਿਹਾ। ਥਾਣੇ ਸ਼ਨਾਖਤੀ ਹਾਂ ਕਾਰਡ? ਜੀ। ਕੋਈ ਹੋਸ਼ ਹੈਗੀ ਸੀ ਉਸ ਟਾਈਮ ਜਦੋਂ ਹੋਇਆ ਧਮਾਕਾ ਜਾਂ ਬਿਲਕੁਲ ਬੇਹੋਸ਼ ਹੋ ਗਏ? ਨਹੀਂ ਜੀ, ਜਦੋਂ ਉਹ ਬੇਹੋਸ਼ ਹੋ ਗਿਆ, ਜਦੋਂ ਉੱਥੇ ਮਾੜੀ ਜੀ ਹੋਸ਼ ਹੈਗੀ ਸੀ, ਨਾਲ ਦਾ ਮੌਕੇ ਤੇ ਡੈਥ ਹੋ ਗਿਆ। ਅੱਛਾ। ਤੇ ਜਿਹੜਾ 7 ਬੰਦੇ ਮੌਕੇ ਤੇ ਡੈਥ ਹੋ ਗਿਆ, ਮੌਕੇ ਤੇ ਫੌਤ? ਮੌਕੇ ਤੇ। ਫਿਰ ਅਸੀਂ 2 ਬੰਦੇ ਬਚੇ ਸੀ, ਇੱਕ ਜੱਲੋ ਪਿੰਡ ਦਾ ਸੀ ਬੰਦਾ ਮੁਸ਼ਤਾਕ, ਤੇ ਉਹਦੀਆਂ ਮੌਕੇ ਤੇ ਦੋਵੇਂ ਲੱਤਾਂ ਲੈ ਗਈਆਂ ਸੀ। ਮੌਕੇ ਤੋਂ ਇੱਥੋਂ ਲੈ ਗਈਆਂ, ਮੌਕੇ ਤੇ ਲੈ ਗਏ? ਮੌਕੇ ਤੇ ਲੈ ਗਏ। ਉਹ 1.5 ਮਹੀਨਾ ਜਿੰਦਾ ਰਿਹਾ, ਅੱਛਾ। ਸੈੱਟ ਹੋ ਗਿਆ। ਫਿਰ 1.5 ਮਹੀਨੇ ਬਾਅਦ ਫਿਰ ਉਹਨਾਂ ਕੋ ਦਿਮਾਗ ਦਾ ਮਸਲਾ ਬਣਿਆ, ਯਾਨੀ ਕਿ ਅੱਲਾਹ ਨੂੰ ਪਿਆਰਾ ਉਹ ਫਿਰ ਅੱਲਾ ਨੂੰ ਪਿਆਰਾ ਹੋ ਗਿਆ। ਤੇ ਮੇਰਾ ਜਿਹੜਾ ਨਾਲ ਦਾ ਸੀ ਫਿਰ ਉਹ ਫੌਜੀ ਬੰਦਾ ਸੀ, ਉਹਦਾ ਪਤਾ ਲੱਗ ਗਿਆ। ਮੇਰੀ ਜੇਬ 'ਚ ਸ਼ਨਾਖਤੀ ਕਾਰਡ ਸੀ। ਮੈਂ ਫਿਰ ਇਸ ਤਰੀਕੇ ਮੇਰੀ ਤਸਵੀਰ ਅਖਬਾਰ ਤੇ ਲੱਗੀ ਹੈ ਜੀ। ਤੇ ਉਹ ਅਖਬਾਰ ਤੇ ਲੱਗੀ ਫੋਟੋ? ਅਖਬਾਰ ਤੇ ਲੱਗੀ ਸੀ। ਤੇ ਮੇਰੇ ਪਿੰਡ ਵਾਲਿਆਂ ਨੇ ਵੇਖਿਆ, ਫੌਰੀ ਤੌਰ ਪੱਟੀ ਚੱਲ ਗਈ ਸੀ। ਲੱਤਾਂ ਉਸੇ ਟਾਈਮ ਲੈ ਗਈਆਂ ਸੀ ਜਾਂ ਨਹੀਂ ਮਤਲਬ ਜੀ, ਬਾਅਦ ਦੇ ਵਿੱਚੋਂ? ਇਹ 3 ਉਂਗਲਾਂ ਤੇ ਅੱਧਾ ਗਿੱਟਾ ਸੀ ਨਾ ਜਿਹੜਾ, ਹਾਂਜੀ। ਇਹ ਮੌਕੇ ਤੇ ਸਮਾਨ ਇਹਨਾਂ ਲੱਭਿਆ ਨਹੀਂ ਦਾ, ਨਹੀਂ ਲੱਭਿਆ? ਨਹੀਂ ਲੱਭਿਆ। ਆਏ ਆ ਖੱਬੀ ਲੱਤ ਸੀ ਜਿਹੜੀ, ਇਹ ਆ ਸੈਂਟਰ ਸੀ ਜਿਹੜਾ, ਇਹ ਇਹਨਾਂ ਦਾ ਪੈਪ ਸੀ ਜਿਹੜੇ ਉਹ ਖਤਮ ਹੋ ਗਏ। ਖਤਮ ਹੋ ਗਏ ਸੀ? ਖਤਮ ਹੋ ਗਏ। ਕਨੈਕਸ਼ਨ ਨਾਲ ਹੈਗੇ ਸੀ, ਹਾਂ, ਲੇਕਿਨ ਉਹ ਇਹਨਾਂ ਨਾਲੀਆਂ ਦਾ ਕੰਮ ਖਤਮ ਹੋ ਗਿਆ। ਇਸ ਲਈ ਫਿਰ ਠਹਿਰ ਜਾ ਬਾਬਾ ਬੂਆ ਲਾਣੇ, ਇਹ ਮੇਰਾ ਮਾਮੂ ਹੈ, ਅੱਛਾ ਇਹਦੇ ਕੋਲ ਔਲਾਦ ਕੋਈ ਨਹੀਂ ਦੀ। ਅੱਛਾ ਅੱਛਾ।
ਅੱਛਾ ਮੌਕੇ ਤੇ ਫਿਰ ਮਤਲਬ ਹੈ ਕਿ ਹਾਂ ਬਸ ਉਸ ਟਾਈਮ ਥੋੜੀਆਂ ਹੈਗੀਆਂ ਸੀ, ਫਿਰ ਡਾਕਟਰਾਂ ਨੇ ਲਾ ਫਿਰ ਦਿੱਤੀਆਂ। ਡਾਕਟਰਾਂ ਨੇ ਕਦੇ ਥੋੜੀ ਕੱਟ ਲਈ ਕਦੇ ਬਹੁਤੀ ਕੱਟ ਲਈ। ਉਹ ਫਿਰ ਆਹ ਲੱਤ ਸੀ ਜਿਹੜੀ ਇੱਥੋਂ ਕੱਟਦੇ ਸੀ। ਮੈਂ ਕਿਹਾ ਨਾ ਯਾਰ ਇਹ ਤੇ ਦਿਲ ਨੇੜੇ ਤੇ ਸ਼ੂਖ ਵਿੱਚ ਬਰੂਦ ਵਿੱਚ ਵੜਦੇ ਤੇ ਉਹ ਫਿਰ ਕੰਮ ਖਰਾਬ ਨਾ ਦਿਲ ਨੂੰ ਨਾ ਪੈ ਜਾਵੇ। ਦਿਲ ਨੂੰ ਨਾ ਪੈ ਮੈਂ ਕਿਹਾ ਜਦੋਂ ਇੰਨੀ ਲੱਗ ਗਈ ਉਹਦੇ ਇੰਨੀ ਵੀ ਲੱਗ ਜਾਏਗੀ। ਮੈਂ ਕਿਹਾ ਯਾਰ ਇੱਥੋਂ ਕੱਟ ਦਿਓ। ਇਸ ਤਰੀਕੇ ਬਹਿ ਤੇ ਕਟਾਈ ਯਾਰ ਉਹ ਵਕਤ ਕੀ ਬਾਤ ਹੈ। ਉਦੋਂ ਕੋ ਦਿਲ ਹੋਰ ਸੀ, ਹੁਣ ਕਿਸੇ ਨੂੰ ਚੁੰਡੀ ਵੱਢੀ ਹੈ ਤੇ ਕਹਿੰਦਾ ਆਏ ਹੈ ਤੇ ਇਸ ਤਰੀਕੇ ਬਹਿ ਤੇ ਕਟਾਈ ਕਦੇ ਅੱਖ 'ਚ ਪਾਣੀ ਨਹੀਂ ਆਇਆ। ਉਹ ਜਿਹੜਾ ਵਕਤ ਆਣਾ ਹੈ ਉਹ ਆਣਾ ਹੀ ਹੈ ਹੈ। ਅੱਲਾਹ ਪਾਕ हंस ਤੁਹਾਨੂੰ के ਹੋਰ ਹਿੰਮਤ ਦੇਵੇ। जो हंस से गुजार लिए उसकी की बात नहीं है। ਉਹਦੇ ਵਰਗੀ अबे के सरकार का कलमा चलता है ਐਸੇ ਤਾਂ ਨਹੀਂ, है तो दम दे नाल है ते चल रहना कबर ते कर ਬਿਲਕੁਲ ਐਸੇ ਤਰ੍ਹਾਂ सहारा खुदा दा लईए ਬਿਲकुਲ ਹੈ ਜੀ। और किसी का सहारा ना लईए। ਅੰਕਲ ਜੀ ਜਦੋਂ ਇਹ ਹਾਦਸਾ ਹੋਇਆ ਤੁਹਾਡੇ ਨਾਲ, ਜਵਾਨ ਸੀ, 25-26 ਸਾਲ ਤੁਹਾਡੀ ਉਮਰ ਸੀ, ਕੀ ਕੰਮ ਸ਼ਮ ਕਰਦੇ ਸੀ? ਘਰ ਜ਼ਾਰੀ ਗੱਲ ਹੈ, ਘਰ ਦੀ ਜ਼ਿੰਮੇਵਾਰੀ, ਬੱਚਿਆਂ ਨੂੰ ਪਾਲਣਾ, ਤੇ ਜਦੋਂ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਦੀ ਕੀ ਸੀ ਜ਼ਿੰਦਗੀ? ਪਹਿਲੋਂ ਐਵੇਂ ਸੀ ਵੀ ਮੈਂ ਹਰ ਮਜ਼ਦੂਰੀ ਕੀਤੀ ਹੈ। ਠੀਕ ਹੈ। 15 ਰੁਪਏ ਦਿਹਾੜੀ ਸੀ ਲਾਹੌਰ ਜਦੋਂ ਮੈਂ ਆਇਆ। 15 ਰੁਪਏ 15 ਰੁਪਏ 12 ਰੁਪਏ 15 ਰੁਪਏ ਕਿਹੜੇ ਸਾਲ ਦੀ ਗੱਲ ਹੈ? 1997 ਦੀ ਗੱਲ ਹੈ? ਨਹੀਂ ਪਹਿਲੋਂ ਅੱਛਾ ਉਸ ਤੋਂ ਪਹਿਲੇ ਹੀ। ਹਾਂ ਬਾਦ ਦਾਦਾ ਸਾਹਿਬ ਦਾ ਜਿਹੜਾ ਮਨਾਰ ਹੈ ਨਾ ਉਦੋਂ ਸ਼ੁਰੂ ਹੋਇਆ ਹੈ। ਅੱਛਾ ਉਦੋਂ ਸ਼ੁਰੂ ਹੋਇਆ। ਉਦੋਂ ਮੈਂ ਰੰਗ ਦਾ ਕੰਮ ਹੀਰਾ ਮੰਡੀ ਕਰਦਾ ਸੀ। ਅੱਛਾ ਅੱਛਾ ਪਹਿਲਵਾਨੀ ਬਾਦਸ਼ਾਹੀ ਮਸੀਤੇ ਕਰਦਾ ਸੀ। ਅੱਛਾ ਮੰਗ ਮਿਲਣੀ ਹੈ ਤੇ ਉੱਥੇ ਜਾਣਾ ਹੈ ਹਾਂ ਤੇ ਜਦੋਂ ਉਧਰੋਂ ਹਟ ਜਾਣਾ ਦੋ ਤਿੰਨ ਨਾਲ ਖੋਲ ਲੈਣਾ ਆਦਾ ਜਸ਼ਨ ਪੂਰਾ ਹੋਣਾ। ਫਿਰ ਆ ਤੇ ਚਾਲਮੀ ਦੇ ਵਿੱਚ ਉੱਥੋਂ ਆ ਤੇ ਲੱਸੀ ਦਾ ਗਲਾਸ ਪੀਣਾ ਪੀ ਦਾ ਬੰਦ ਖਾਣਾ। ਸਾਰੇ ਦਿਨ ਮਜ਼ਦੂਰੀ ਕਰਨੀ। ਅੱਛਾ ਅੱਛਾ ਪਾਂਡੀਆਂ ਦਾ ਵੀ ਕੰਮ ਕਰਨਾ ਔਰ ਰੰਗ ਦਾ ਵੀ ਕਰਨਾ ਔਰ ਮਿਸਤਰੀਆਂ ਨਾਲ ਮਿਹਨਤ ਕੀਤੀ ਹੈ, ਜਿਹੜਾ ਕੰਮ ਮਿਲਿਆ ਮਜ਼ਦੂਰੀ ਕੀਤੀ, ਬੱਚਿਆਂ ਨੂੰ ਪਾਲਿਆ। ਤੇ ਹਾਦਸੇ ਤੋਂ ਬਾਅਦ ਗੁਜ਼ਰੀ ਜ਼ਿੰਦਗੀ, ਬੱਚੇ ਕਿਸ ਤਰ੍ਹਾਂ ਪਾਲੇ, ਬੱਚੇ ਕਿਸ ਤਰ੍ਹਾਂ ਵੱਡੇ ਹੋਏ? ਹਾਸੇ ਦਿਨ ਤੋਂ ਬਾਅਦ ਫਿਰ ਐਸੇ ਤਰੀਕੇ ਨਾਲ ਹੀ ਫਿਰ ਸਹਿਲ ਅੱਲਾ ਦੇ ਨਾਂ ਦਾ ਕਰਤੇ। ਸੈਰ ਮਤਲਬ ਹਾਂਜੀ ਮੰਗ ਕੇ ਐਸੇ ਸਾਈਕਲ ਦੇ ਉੱਤੇ ਜਿਹੜੀ ਅੱਗੇ ਤੁਸੀਂ ਇਸ ਟਾਈਮ ਠੀਕ ਹਾਂਜੀ ਐਸੇ ਸਾਈਕਲ ਤੇ ਬੇਗਮ ਉਹਨੂੰ ਆਖਿਆ ਲੈ ਬਹਿ ਜਾਣ ਤੂੰ ਰੋਜੀ ਅੱਲਾ ਕੋਲ। ਉਹਨੇ ਕਿਹਾ ਜੇ ਮੈਂ ਪੇਕਿਆਂ ਦੇ ਗਈ ਤਾਂ ਮੈਨੂੰ ਕਿਹੜਾ ਕਿਸੇ ਚੱਕ ਲੈਣਾ ਤੂੰ ਮੈਨੂੰ ਐਦਾਂ ਦਾ ਮਿਲਿਆ ਨਹੀਂ ਸੀ। ਤੇ ਮੈਂ ਕਿਹਾ ਬਹਿ ਜਾ। ਉੱਥੇ ਬਹਿ ਗਈ। ਰੋਜੀ ਉਹਨੂੰ ਅੱਲਾ ਪਾ ਕੇ ਦਿੰਦਾ ਰਿਹਾ ਉੱਥੇ ਚੁੱਲ੍ਹੇ ਤੇ। ਐਸੇ ਤਰ੍ਹਾਂ ਹੀ ਅੰਕਲ ਜੀ ਸਾਈਕਲ ਦੇ ਉੱਤੇ ਮੰਗ ਕੇ ਸਾਰੀ ਜ਼ਿੰਦਗੀ ਉਸ ਤੋਂ ਬਾਅਦ ਗੁਜ਼ਾਰਾ ਕੀਤਾ। ਉਸ ਤੋਂ ਬਾਅਦ ਏਦਾਂ ਹੀ ਗੁਜ਼ਾਰਾ ਕੀਤਾ। ਇਹ ਸਾਈਕਲ ਉਦੋਂ ਦੀ ਹੈਗੀ ਤੁਹਾਡੇ ਕੋਲ ਹੀ ਹੈ ਮਤਲਬ ਕਿ ਬਾਅਦ ਚ ਤੁਸੀਂ ਲਈ? ਨਹੀਂ ਜੀ ਬਾਅਦ ਵਿੱਚ ਲਈ ਸਾਈਕਲ, ਬੱਕਰੀ ਵੇਚੀ ਸੀ ਮੈਂ ਉਦੋਂ ਜਦੋਂ ਹਾਦਸਾ ਹੋਇਆ। ਜਦੋਂ ਹਾਦਸਾ ਹੋਇਆ ਨਾ 25 ਸਾਲ ਤੋਂ ਐਸੇ ਸਾਈਕਲ ਤੇ? 27 ਸਾਲ ਤੋਂ ਕੇ। ਅੱਛਾ 27 ਸਾਲ ਤੋਂ ਇੱਕੋ ਹੀ ਸਾਈਕਲ ਹੈ ਤੁਹਾਡੇ? ਨਹੀਂ ਜੀ ਆ ਬਾਅਦ ਵਿੱਚ ਲਈ ਸਾਈਕਲ ਫਿਰ ਮੈਂ ਬਾਅਦ ਚ ਲਈ। ਉਸ ਜਿਹੜੀ ਪਹਿਲੋਂ ਲਈ ਸੀ ਉਹਦਾ ਡੱਬਾ ਹੈ। ਇਹਦੇ ਥੱਲੇ ਹੁਣ ਮੈਨੂੰ ਇਹਨੂੰ ਚੱਲਦੀ ਨੇ 20 ਸਾਲ ਹੋ ਗਏ ਨੇ ਤੇ 5-7 ਸਾਲ ਫਿਰ ਉਹ ਸਾਈਕਲ ਚੱਲੀ ਜਿੰਦਾ ਡੱਬਾ ਹੈ। ਉਹ ਬੱਕਰੀ ਵੇਚ ਤੇ ਮੈਂ ਲਈ ਸੀ। ਮੈਂ ਬੱਕਰੀ ਨਿੱਕੀ ਜੀ ਬਣਾਈ ਸੀ ਤੇ ਉਹ ਬੱਕਰੀ ਵੇਚੀ ਫਿਰ ਸਾਈਕਲ ਲਈ। ਸੈਰ ਕਰਨਾ ਅੱਲਾ ਦੇ ਨਾਂ ਦਾ ਕਰਨਾ, ਘਰ ਦਾ ਨਹੀਂ ਕਰਨਾ। ਦੁਕਾਨ ਦਾ ਸੈਰ ਕਰਨਾ, ਦੁਕਾਨ ਦਾ ਕਰਨਾ। ਐਵੇਂ ਕਿਸੇ ਦੇ ਘਰ ਦਾ ਬੂਹਾ ਨਹੀਂ ਕਹਿੰਦਾ ਕਿ ਜਾ ਬਾਬਾ ਅੱਲਾ ਖੈਰ ਕਰੇ ਅਸੀਂ ਨਹੀਂ ਦੇਣਾ। ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕੋਈ ਐਸੇ ਹੁੰਦੇ ਨੇ ਉਸਕੋ ਬੁਲਾਣਾ ਹੀ ਨਹੀਂ ਪੈਂਦਾ। ਉਹ ਕਹਿੰਦੇ ਨੇ ਬਾਬਾ ਰੁਕ ਜਾਈਂ, ਪੈਸੇ ਕਰ ਜਾਂਦੇ ਨੇ। ਉਹ ਪਤਾ ਨਹੀਂ ਕੀ ਕਰ ਜਾਤੇ हैं। कोई 100 की जगह तो 50 भी दे देता है, कोई 10 की जगह तो 2 रुपये दे देता है, कोई ऐसा होता है कोई 2000 भी दे देता है। वो बताता ही नहीं ये बाबा जाए हैं। ऐसी बीबी होती है वो कहती बाबा इधर से आओ दुकान से राशन ले जाए, वो राशन उठाया ले ऐसे। लेकिन बस वो सारे ना जीते रहे यार। आस जी आस खुदा नहीं देखता। खुदा ਤੇ ਉਮੀਦ ਹਮੇਸ਼ਾ ਅੱਲਾਹ ਪਾਕ ਤੇ। ਇਹ ਸਾਈਕਲ ਦੇ ਪਿੱਛੇ ਮੈਂ ਦੇਖ ਰਿਹਾ ਸੀ ਸ਼ੇਰ ਲਿਖੇ ਨੇ ਬੜੇ ਪਿਆਰੇ। ਕੀ ਲਿਖਿਆ ਇਹਦਾ ਮੈਨੂੰ ਵੀ ਸੁਣਾਓ। ਮੇਰੀ ਗੁਰਬਤ ਨੂੰ ਦੇਖकर रास्ता ना बदल जाना, दिल का मैं बादशाह हूँ, मुकद्दर मेरा खुदा लिखता है। बड़ा बड़ा सागर सी, बड़ा बड़ा शहर सी हो जी। वो कहता है ए सागर किस्मत की हाथ की लकीरों से न जा, किस्मत उनकी भी होती जिनके हाथ नहीं होते। ਉਹਦੀ ਕਿਸਮਤ ਕਿੱਥੇ ਜਾਵੇ ਜਿੰਦੇ ਹੱਥ ਹੀ ਨਾ ਹੋਣ। ਉਹਦੀ ਕਿਸਮਤ ਕਿੱਥੇ ਜਾਵੇ? ਨਹੀਂ ਕਿਸਮਤ ਖੁਦਾ ਸੇ। ਇਹ ਬੜੇ ਸੋਚ ਕੇ ਤੁਸੀਂ ਲਿਖਾਏ ਸ਼ੇਰ ਜਾਂ ਸ਼ੌਕ ਸੀ ਸ਼ੇਰੋ ਸ਼ਾਇਰੀ ਦਾ? नहीं जी शौक तो थी लेकिन एक बच्चा सी उसने मैंने बोला बाबा हमारी याद रखें। मैं दिल में रखता हूँ। उसके नहीं थोड़ी सी कान से भी लिखाए। मैं लिख दे भी यार। अच्छा उन्हें लिख दिया? उसने मैंने लिख दिया। मैंने कहना ये लिख दिया। उन्हें 2-3 मिनट दसे मैंने जो अच्छा लगा मैं कहा यार ये लिख दे। मैं कहा नाल सागर का भी नाम है तो खुदा का तो है। खुदा का तो है। मैं कहा चल ठीक है तेरी याद चलती रहेगी। ਹੁਣ ਯਾਰ ਨਾ ਬਸ ਤਬੀਅਤ ਸਾਈਕਲ ਗਿੜਦੀ ਨਹੀਂ ਦੀ। ਸਾਹ ਦਾ ਮਰੀਜ਼ ਹੋ ਗਿਆ। ਕਿੰਨੀ ਉਮਰ ਹੋ ਗਈ ਜੀ ਹੁਣ? ਉਮਰ ਤਕਰੀਬਨ
60 तो ऊपर जा रही है। 60 ਤੋਂ ਉੱਪਰ ਜਾ हाँ 60 पक्की है। 60 ਪੱਕੀ ਹੈ हाँ ਤੇ 64 ਦੀ ਮੇਰੀ ਬਦਾਇਸ਼ ਹੈ। ਅੱਛਾ ਇੰਨਾ ਤੱਕ ਮੇਰੇ ਬਾਜੂ ਚੱਲਦੇ ਨੇ। ਮੈਂ ਕਹਿੰਦਾ ਅੱਲਾ ਦਾ ਸਹਾਰਾ ਤੱਕ ਮੈਂ ਸਮਝ ਨਾ। ਐਸੇ ਤਾਂ ਨਹੀਂ ਤੇ ਬਾਕੀ ਅੱਗੇ ਵੀ ਤਾਂ ਗੱਡੀ ਫਿਰਦੀ ਰਹੀ ਹੈ ਤੇ ਜੀ ਕੀ ਅੱਗੇ 10 ਮੀਲ ਕਰ ਲੈਂਦੀ ਸੀ, ਹੁਣ 2 ਮੀਲ ਕਰਤੇ ਉੱਤੇ ਕਿਤੇ ਛਾਵੇਂ ਖਲੋ ਜਾਈਦਾ। ਆਦੀ ਖੁਸ਼ਹਾਲੀ ਬਹਾਲ ਕੀ ਖਿਆਲ ਹੈ ਐਸੇ ਤਾਂ ਹਰ ਬੰਦੇ ਦੀ ਆਪ ਪਲਾਸ ਨਾਲ ਤੁਸੀਂ ਕੀ ਸਹੀ ਕਰ ਰਹੇ ਪਲਾਸ ਨਾ ਮੈਂ ਮਗਰਾੜ ਤਾਰ ਟੁੱਟੀ ਹੋਈ ਸੀ, ਮੈਂ ਤਾਰ ਸੈੱਟ ਕਰਦਾ ਪਿਆ ਸੀ। ਅੱਛਾ ਇਹ ਫਰਾਈ ਵੀਲ ਨੂੰ ਤੇਲ ਪਾਉਂਦਾ ਪਿਆ ਸੀ ਅੱਛਾ ਗੱਡੀ ਨੂੰ। ਆਪ ਹੀ ਰਿਪੇਅਰਿੰਗ ਕਰ ਫਿਰ ਕਾਰੀਗਰ ਦੀ ਫਿੱਟ ਕੀਤੀ ਹੋਈ ਗੱਡੀ ਮੈਨੂੰ ਕਾਮਯਾਬ ਨਹੀਂ। ਮੈਂ ਆਪ ਹੱਥੀਂ ਕੰਮ ਕਰਨਾ ਹੁੰਦਾ, ਸਮਾਨ ਲਿਆ ਕੇ ਵੀ ਪਾ ਲੈਣਾ ਹੁੰਦਾ ਔਰ ਆਟੇ ਸ਼ਨਾਬ ਕਰਨੇ। ਸਹੀ ਮਾਲਕ ਦਾ। ਰਿਸ਼ਤੇਦਾਰ ਹੋਣਗੇ ਅੰਕਲ ਜੀ, ਭੈਣ ਭਰਾ ਹੋਣਗੇ, ਉਹਨਾਂ ਨੇ ਮਤਲਬ ਇਸ ਹਾਲ ਦੇ ਵਿੱਚ ਦੇਖ ਕੇ ਕਦੀ ਕੁਛ ਨਹੀਂ ਕਿਹਾ ਕਿ ਭਰਾ ਅਸੀਂ ਤੈਨੂੰ ਕੁਝ ਕਾਰੋਬਾਰ ਕਰਾ ਦਿੰਦੇ ਹਾਂ, ਕੋਈ ਦੁਕਾਨ ਪਵਾ ਦਿੰਦੇ ਹਾਂ, ਤੂੰ ਇਹ ਕੰਮ ਨਾ ਕਰ, ਨਾ ਬਾਹਰ ਮੰਗ? ਲਾਲਾ ਹੈ ਨੇ ਅੱਛਾ ਲੇਕਿਨ ਇਹ ਚੱਕਰ ਹੈ ਵੀ ਹਰ ਬੰਦਾ ਗਰੀਬ ਮਜ਼ਦੂਰ ਬੰਦੇ ਹੈ। ਇੱਕ ਬੰਦਾ ਥੋੜਾ ਜਿਹਾ ਉਹਦੇ ਚ ਆਸਰਾ ਹੈਗਾ। ਉਹਨੇ ਮੈਨੂੰ 1-2 ਵਾਰੀ ਆਖਿਆ ਚਾਚੂ ਤੂੰ ਨਾ ਮੇਰੇ ਮਕਾਨ ਪਏ ਨੇ ਆਰਫ ਵਾਲੇ ਤੇ ਤੂੰ ਉੱਥੇ ਜਾ ਕੇ ਬੈਠ ਜਾ। ਮੈਂ ਕਈ ਦੇਰ ਬੈਠਾ ਰਿਹਾ, ਉੱਥੇ ਬੱਚੀ ਬੱਚਾ ਵਿਆਹਿਆ। ਫਿਰ ਵੀ ਮੈਨੂੰ ਉਹਨੇ ਆਖਿਆ ਤੂੰ ਉੱਥੇ ਬਹਿ ਜਾ। ਮੈਂ ਕਿਹਾ ਨਹੀਂ ਯਾਰ, ਮੈਂ ਦਿਲ 'ਚ ਸੋਚਿਆ ਮਕਾਨ ਤੇਰਾ, ਮੈਂ ਚੌਕੀਦਾਰ ਬਣ ਤੇ ਬੈਠਾ ਰਹਾਂ, ਉਹ ਕਿਤੇ ਨੂੰ ਭਾਵੇਂਗਾ, ਬਿੱਲ ਦਾ ਖਰਚਾ ਦੇਵੇਗਾ, ਮਕਾਨ ਦਾ ਖਰਚਾ ਦੇ, ਮੈਂ ਐਵੇਂ ਬੈਠਾ ਰਹਾਂ, ਮੈਨੂੰ ਕੀ ਫਾਇਦਾ ਉੱਥੇ? ਨਹੀਂ, ਜਿੱਥੇ ਮੇਰੇ ਜਵਾਕ ਚੱਲੇ ਹੋਣ, ਮੇਰੇ ਬਾਲ ਹੋਣ, ਮੈਂ ਉੱਥੇ ਰਹਾਂ। ਮੈਨੂੰ ਤਾਂ ਫਾਇਦਾ ਤਾਂ ਹੈ, ਉੱਥੇ ਮੈਂ ਕਰ ਲਿਆ ਮੈਂ ਕੀ ਕਰਾਂ ਫਾਇਦਾ? ਇੱਥੇ ਮੈਨੂੰ ਕੋ 2000 5000 ਕਿਰਾਇਆ 20 ਪੈ ਜਾਵੇ, ਇੱਥੇ ਮੈਨੂੰ ਹੁਣ ਕਿਰਾਇਆ ਪੈਂਦਾ ਹੈ ਸਹੀ 3500 ਰੁਪਈਆ ਇੱਕ ਕੁੱਲੀ ਦਾ ਮੈਨੂੰ ਪੈਂਦਾ ਹੈ। ਮੈਨੂੰ ਇਹ ਭਰਨਾ ਸੌਖਾ ਤੇ ਕਿਸੇ ਦੀ ਜਗ੍ਹਾ ਫਿਰ ਕਿਸੇ ਦੀ ਫਿਰ ਕਿਸੇ ਦੀ ਭਾਵੇਂ ਉਹ ਮੇਰੇ ਦਾਦ ਪੋਤਰੇ ਨੇ, ਲਿਹਾਜ਼ਾ ਹਰ ਬੰਦੇ ਦੀ ਆਪੋ ਸੋਚ ਹੈ। ਲੇਕਿਨ ਮੈਂ ਤੂੰ ਸਹੀ ਗੱਲ ਪੁੱਛੇ ਭਰਾਵਾ, ਮੈਂ ਸਹਾਰਾ ਅੱਲਾ ਦਾ ਤੱਕਣਾ, ਅੱਲਾ ਦਾ ਤੱਕ। ਹਾਂ ਮੈਂ ਆਸ ਅੱਲਾ ਪਾਕ ਤੇ ਲਾਈਏ, ਕਿਸੇ ਬੰਦੇ ਤੇ ਨਹੀਂ ਆਸ ਰੱਖੀ ਕਦੇ। ਮੈਨੂੰ ਵੈਸੇ ਕੋ ਆ ਕੇ ਆ ਜਾਓ ਤੇ ਮਕਾਨ ਕਿਸੇ ਦਾ ਪਿਆ, ਚੌਧਰੀ ਕੋ ਕਵੇ, ਉਹਨੂੰ ਆਖੇ ਤੇ ਮੇਰੇ ਨਾਲ ਮੁੱਕ ਲੈ, ਬਿੱਲ ਮੁੱਕ ਲੈ, ਕੀ ਮੁੱਕਣਾ? ਸਵੇਰੇ ਐਵੇਂ ਤੇ ਉਹ ਆਤੇ ਮੈਂ ਤੇਰੇ ਆਸਰੇ 'ਚ ਬੈਠਾ ਰਹਾਂ, ਤੂੰ ਮੇਰਾ ਕੁੰਡਾ ਖੜਕਾਵੇਂ, ਮੈਂ ਘਰੇ ਨਾ ਹੋਵਾਂ, ਮੇਰੀਆਂ ਧੀਆਂ ਭੈਣਾਂ ਬੈਠੀਆਂ ਹੋਣ ਜੀ ਹੈਂ, ਮੈਂ ਨਹੀਂ ਤੂੰ ਅੱਛੀ ਗੱਲ ਨਹੀਂ ਹੈਗੀ। ਹਾਂ ਉਹਨਾਂ ਨਾਲ ਬਿੱਲ ਦੇ ਦੇਣਾ ਚੰਗਾ ਹੈ, ਟਾਈਮ ਨਾਲ ਆ ਮੇਰੇ ਕੋਲ ਬਿੱਲ ਲੈ ਆ ਦਾ ਜਾ। ਯਾਰ ਕੀ ਪੁੱਛਣਾ ਬਸ ਨਾ ਯਾਰ, ਜਦੋਂ ਖਚਕ ਜਾਈਦਾ ਹੁਣ ਮੈਨੂੰ ਸਾਹ ਚੜ ਜਾਂਦਾ, ਸਾਹ ਚੜ ਜਾਂਦਾ, ਕਮਜ਼ੋਰੀ ਨਾ ਚੜ ਜਾਂਦਾ ਯਾਰ। 1.5 ਸਾਲ ਬਿਮਾਰੀ ਨਾਲ ਲੜਨਾ ਕੋਈ ਸੌਖੀ ਬਾਤ ਨਹੀਂ ਹੈ। 1.5 ਸਾਲ ਦੀ ਆਦੀ ਵੀ ਕਮਾਈ ਗਈ, ਕਮੇਟੀ ਸੀ ਥੋੜੀ ਬਹੁਤੀ ਉਹ ਵੀ ਗਈ। ਬੇਗਮ ਨੂੰ ਕੀ ਹੋਇਆ 1.5 ਸਾਲ ਤੋਂ? ਕੀ ਹੋਇਆ ਜ਼ਿਆਦਾ? 1.5 ਸਾਲ ਤੋਂ ਬੇਗਮ ਨੂੰ ਲੈ ਤੇ ਟੁਰਿਆ ਫਿਰਿਆ। ਅੱਛਾ ਬੇਗਮ ਨੂੰ ਕੋਈ ਮਸ਼ੀਨ ਉਹਦੀ ਸਾਰੀ ਠੀਕ ਸੀ, ਲੇਕਿਨ ਕੋਈ ਸਮਝ ਨਹੀਂ ਲੱਗੀ। ਉਹ ਅਖੀਰੀ 1.5 ਸਾਲ ਤੋਂ ਬਾਅਦ ਅੱਲਾ ਨੂੰ ਪਿਆਰੇ ਹੋ ਗਏ। ਆਪ ਵੇਲੀਆ ਭੁੱਖਾ ਤਰਿਆ ਆ, ਸਾਈਕਲ ਤੇ ਚੜਿਆ ਰਿਹਾ, ਕਦੇ ਪਾਣੀ ਪੀ ਲਿਆ, ਕਦੇ ਰੋਟੀ ਖਾ ਲਈ, ਕਦੇ ਨਾ ਖਾਧੀ। ਉਹ ਆਪਦੀ ਬੱਕਰੀ ਬਹਿ ਗਈ। ਸਮਝੀ ਨਾ ਗੱਲ? ਮੈਂ ਸਮਝ ਗਿਆ, ਆਪਣਾ ਖਿਆਲ ਨਹੀਂ ਕੀਤਾ, ਆਪ ਦਾ ਖਿਆਲ ਨਹੀਂ ਕੀਤਾ ਵੀ ਅਗਲੀ ਵਕਤ ਤਾਂ ਗਿਆ ਗੁਜ਼ਰ ਜੀ। ਹੁਣ ਕਮਜ਼ੋਰੀ ਹੈ, ਬੇਅੰਤਾ ਹੈ, ਕੋਈ ਸਵਾਰੀ ਬਣ ਜਾਵੇ ਹੈ ਤੇ ਚਲੋ ਖੁਸ਼ੀ ਗਮੀ ਦੇ ਗਾਮ ਸ਼ਾਮ ਬੰਦਾ ਸੌਖਾ। ਇਹ ਗੱਡੀ ਮੇਰੀ ਗਲ ਗਈ ਹੈ, ਖਰਾਬ ਹੋ ਗਈ। ਹਾਂਜੀ ਖਰਾਬ ਹੋ ਗਈ, ਦਿਸਦੀ ਵੀ ਤੁਹਾਨੂੰ। ਹਾਂਜੀ ਬਿਲਕੁਲ ਖਰਾਬ ਹੋਈ ਤੇ ਬਾਕੀ ਫਿਰ ਇਦਾਂ ਹੀ ਆ, ਜਿਹਦੇ ਕੋਲੋਂ ਤੌਫੀਕ ਹੋ ਸਕੇ ਤੇ ਚਲੋ ਕੋਈ ਜੈਸੀ ਵੀ ਕੋਈ ਹਲਫ ਕਰਨਾ ਚਾਹਵੇ ਉਸੇ ਅੱਲਾ ਉਹਦੀ ਕਬੂਲ ਕਰੇਗਾ। ਖੁਦਾ ਵਾਸਤੇ ਉਹਨੇ ਕਰਨਾ ਹੈ ਜੀ, ਬਿਲਕੁਲ ਤੇ ਖੁਦਾ ਦੀ ਜ਼ਾਤ ਉਹਦੀ ਮਦਦ ਕਰੇਗਾ, ਸਾਡੀ ਕਰੇਗਾ ਤਾਂ ਖੁਦਾ ਉਹਦੀ ਕਰੇਗਾ। ਬਿਲਕੁਲ ਹਾਂ ਅੱਲਾ ਪਾਕ ਤੋਂ ਭਾਈ, ਅੱਲਾ ਪਾਕ ਤੁਹਾਨੂੰ ਸਿਹਤ ਦੇਵੇ जी, अल्लाह पाक तानू बच्चों के सिर पे सलामत रखे जी। तो नाज़रीन आपने अंकल की सारी बात सुनी। गुजारिश यही कर रहे हैं सब देखने वालों से कि कोई अल्लाह का नेक बंदा अगर हो तो उन्हें ये साइकिल नहीं ले जाए। ये साइकिल किन्ने की होएगी नवी? ਇਹ ਹਿਸਾਬ ਨਾਲ 20-25 ਹਜ਼ਾਰ ਦੀ ਹੋ ਰਹੀ, 20-25 ਹਜ਼ਾਰ 20-25 ਹਜ਼ਾਰ ਨਵੀਂ? ਹਾਂ ਨਵੀਂ। ਹਾਂ ਤੇ ਜੇ ਦੂਸਰੀਆਂ ਵੀ ਆਮ ਮਿਲਦੀਆਂ ਨੇ, ਉਹ ਤੇਲ ਵਾਲੀਆਂ ਜਿਹੜੀਆਂ ਨੇ ਉਹ ਵੀ ਕਈ ਚੀਜ਼ਾਂ ਮਿਲਦੀਆਂ ਨੇ, ਲੇਕਿਨ ਉਹਦਾ ਆਪਾਂ ਨੂੰ ਪੱਕਾ पता नहीं, पक्का पता नहीं है भी कितने दिन सानू यही मिल जाए तो काफ़ी है। सानू ये भी मिल जाए तो हमें ठीक है बस। ठीक है, अच्छा अंकल जी, अल्लाह पाक आसानी करेगा इंशाल्लाह जी। तो नाज़रीन आपने अंकल की सारी बात सुनी। ब्लास्ट के बाद उन्होंने अपनी सारी जो ज़िंदगी है 27 साल इसी साइकिल पे गुजारी है, और साइकिल की वो गुजारिश कर रहे हैं कि कोई अल्लाह का बंदा उन्हें नई साइकिल ले दे ताकि बाकी की जो उनकी लाइफ है, ज़िंदगी है, वो आसानी से जो है ना गुजार सकें। ये साइकिल सारी ख़राब है, वो कह रहे हैं कि अब इस्तेमाल में नहीं आ रही मेरे। तो मिलते हैं जी आपको किसी नेक्स्ट वीडियो के साथ। अल्लाह हाफिज़।